बलिहारी गुर अपने द्योहाड़ी सदवार जिन मानुष ते देवते किए करत न लगी वार। वाहिगुरु जी का खालसा वाहिगुरु जी की फतेह। परम सन्मानयोग चबर छत्र तख्त दे मालिक रूहानियत दे भंडार कुल कायनात दे मालिक जगत ईश्वर राजानुराज भानान भान देवान देव उपमा महान। सदीवी सुखां दे दाते ज्ञान दे सोमे धन सतगुरु श्री गुरु ग्रंथ साहिब जी महाराज सिख पंथ दा धुरा सिख पंथ दे धार्मिक ग्रंथ दे स्वरूप गुरु पातशाह जी दे पासों ज्ञान दी दात लैण वास्ते गुरु पातशाह जी दे अगमी ज्ञान नूं समझण वास्ते जेड़ी बाणी दे अंदर जेड़े उपदेश दे अंदर जेड़े शब्दां दे अंदर केवल उस धुर दी गल हुंदी है जिस धुर तो बाणी आई है। जिन्हों गुरबाणी दे अंदर गुरुदेव जी बचन करदे धुर की बाणी आई तिन सगली चिंत मिटाई। जेड़ी धुर तो बाणी आई है ते वो गल्लां भी धुर दियां धुरा भाव मुढ़ आरंभता ते आरंभता कौन है एक अकाल पुरख जिस दी आरंभता करदे आ पातशाह जी कहंदे एक ओंकार। उस दी विचार नूं सुनन वास्ते आप सब वडभागे जन इकत्तर होए हो गुरु दी गोद दा आनंद मान रहे हो। वड्डे वडभाग ने सुभाग है आप संगतां दे ते ਜਿਹੜੀਆਂ ਸੰਗਤਾਂ ਅਜੇ ਘਰਾਂ ਦੇ ਵਿੱਚ ਨੇ ਜੇ ਗੁਰੂ ਘਰ ਦੇ ਵਿੱਚੋਂ ਇਹ ਆਵਾਜ਼ ਪਹੁੰਚਦੀ ਹੈ ਇਹ ਹੋਕਾ ਪਹੁੰਚਦਾ ਹੈ ਤੇ गुरु पातशाह जी का उपदेश जान करके कि आवो सिख सतगुरु के प्यारे हो गावो सच्ची बाणी। आओ अपने घर दे अपने परिवार दे कम्मां नूं संकोचदिआं गुरु घर विखे जुड़न दा यतन करिए ते अपने उस समर्थ कंत दीआं कहानियां कथा दे नाल जुड़न दा यतन करिए। उस दे कोलों कोई सिक्ख्या लैके ते उस नूं किवें भाईदा किवें जचीदा किवें चंगा लगीदा है वो गुण अपने जीवन दे अंदर धारण करन दा यतन करिए। दोवें हथ जोड़ कर आप सरबत संगत नूं बेनती कि गुरु घर विखे पहुंच करके ते साडे सन्मानयोग पिता धन श्री गुरु नानक देव पातशाह महाराज जी की अगमी बाणी आसा दी वार दी विचार जो आप सरबत संगतां दे प्यार असीस दे नाल गुरु पातशाह जी की कृपा दे नाल 2 दिनां तो आरंभ हुई है।
ਅੱਜ ਆਪਾਂ ਗੁਰੂ ਪਿਆਰਿਓ ਸ਼ਲੋਕ ਤੋਂ ਆਰੰਭਤਾ ਕਰਨੀ ਹੈ। ਜਿਹੜਾ ਪਹਿਲਾ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਦਰਜ ਹੈ। ਆਓ ਇਸ ਵਿਚਾਰ ਨੂੰ ਸੁਣਨ ਦਾ, ਸਮਝਣ ਦਾ ਤੇ ਜੀਵਨ ਵਿੱਚ ਵਸਾਉਣ ਦਾ ਯਤਨ ਕਰੀਏ। ਗੁਰੂ ਦੀ ਵਡਿਆਈ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਪਹਿਲੇ ਪੌੜੀ ਦੇ ਨਾਲ ਪਹਿਲੇ ਲੱਗਿਆਂ ਸ਼ਲੋਕਾਂ ਦੇ ਵਿੱਚ ਦਰਜ ਕੀਤੀ ਹੈ। ਆਓ ਸਮਝਣ ਤੋਂ ਲੱਗਿਆ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਿੱਤ ਨੂੰ ਜੋੜਨ ਦਾ ਯਤਨ ਕਰੀਏ। ਪਿਆਰ ਸਹਿਤ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰਿਓ, ਆਪ ਜੀ ਦੇ ਨਾਲ ਪਹਿਲਾਂ ਵੀ ਵਿਚਾਰ ਸਾਂਝੀ ਹੋਈ ਕਿ ਵਾਰ ਦਾ ਅਸਲ ਸਰੂਪ ਉਸ ਦੀਆਂ ਪੌੜੀਆਂ ਹੁੰਦੀਆਂ ਨੇ ਤੇ ਇਹ ਵਾਰ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਉਸ ਸਮੇਂ ਇਹ ਵਾਰ ਪੌੜੀਆਂ ਦੇ ਰੂਪ ਦੇ ਵਿੱਚ ਹੈ ਕੇਵਲ। ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਆਦ ਗ੍ਰੰਥ ਦੇ ਰੂਪ ਦੇ ਵਿੱਚ ਸੰਪਾਦਨਾ ਹੋਣ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਸ਼ਲੋਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਸ ਬਾਣੀ ਦੇ ਨਾਲ ਤੇ ਹੋਰ ਵੀ ਜਿੰਨੀਆਂ ਵਾਰਾਂ ਨੇ ਉਹਨਾਂ ਦੇ ਨਾਲ ਇਹ ਸ਼ਲੋਕ ਦਰਜ ਕੀਤੇ। ਤੇ ਜਿਹੜੇ ਸ਼ਲੋਕ ਕਿਸੇ ਵਾਰ ਦੇ ਸਰੂਪ ਦੇ ਨਾਲ, ਕਿਸੇ ਉਪਦੇਸ਼ ਦੇ ਨਾਲ ਜੁੜਦੇ ਢੁਕਵੇਂ ਨਹੀਂ ਸਨ ਜਾਂ ਉਹ ਵਿੱਚ ਦਰਜ ਨਹੀਂ ਹੋਏ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਰਾਗਾਂ ਦੀ ਸੰਪੂਰਨਤਾ ਤੋਂ ਬਾਅਦ, ਜਿੱਥੇ 31 ਰਾਗਾਂ ਦੀ ਸਮਾਪਤੀ ਹੁੰਦੀ ਹੈ, ਉਸ ਤੋਂ ਬਾਅਦ ਭਗਤ ਕਬੀਰ ਜੀ ਦੀ, ਫਰੀਦ ਜੀ ਦੇ ਸ਼ਲੋਕ ਆਰੰਭ ਹੁੰਦੇ ਨੇ, ਸਵਈਏ ਆ ਜਾਂਦੇ ਨੇ। ਉਹਨਾਂ ਤੋਂ ਉਪਰੰਤ ਇੱਕ ਸਿਰਲੇਖ ਦਰਜ ਹੈ, ਉੱਪਰ ਲਿਖਿਆ ਹੈ ਸ਼ਲੋਕ ਵਾਰਾਂ ਤੇ ਵਧੀਕ। ਭਾਵ ਇਹ ਹੈ ਕਿ ਵਾਰਾਂ ਤੋਂ ਜਿਹੜੇ ਵੱਧ ਗਏ ਸ਼ਲੋਕ ਹਨ ਉਹ ਗੁਰੂ ਪਾਤਸ਼ਾਹ ਜੀ ਨੇ ਉੱਥੇ ਵੱਖਰੇ ਸਿਰਲੇਖ ਦੇ ਤਹਿਤ ਦਰਜ ਕਰ ਦਿੱਤੇ ਹਨ ਤੇ ਇਹ ਸ਼ਲੋਕ ਜਿੰਨੇ ਵੀ ਲੱਗੇ ਹਨ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹ ਦਰਜ ਕੀਤੇ ਨੇ। ਪਹਿਲਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਲੋਕ ਹੈ, ਸ਼ਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨੁਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਚਨ ਕਰਦੇ ਆ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾ ਰਿਹਾ ਹਾਂ, ਵਾਰਨੇ ਜਾਂਦਾ ਹਾਂ, ਬਲਿਹਾਰੀ ਜਾਂਦਾ ਹਾਂ। ਦਿਉਹਾੜੀ ਸਦ ਵਾਰ, ਇੱਕ ਦਿਨ ਦੇ ਵਿੱਚ ਸਦ ਕਹਿੰਦੇ 100 ਵਾਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਕਾਰਨ ਕੀ ਹੈ? ਅੱਗੀ ਪੰਕਤੀ ਦੇ ਵਿੱਚ ਬਚਨ ਕਰਦੇ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਨੇ ਮੈਨੂੰ ਮਨੁੱਖ ਤੋਂ ਇੱਕ ਦੇਵਤਾ ਬਣਾ ਦਿੱਤਾ ਹੈ। ਕਰਤ ਨਾ ਲਾਗੀ ਵਾਰ, ਵਾਰ ਇੱਥੇ ਸਮੇਂ ਦੇ ਰੂਪ ਦੇ ਵਿੱਚ ਆਇਆ। ਕਹਿੰਦੇ ਕਰਦਿਆਂ, ਇਹ ਕਾਰਜ ਕਰਦਿਆਂ ਗੁਰੂ ਨੂੰ ਸਮਾਂ ਨਹੀਂ ਲੱਗਾ ਬਿਲਕੁਲ ਵੀ। ਦਸ਼ਾ ਐਸੀ ਬਣ ਗਈ ਕਿ ਭਗਤ ਕਬੀਰ ਸਾਹਿਬ ਜੀ ਜਿਸ ਤਰ੍ਹਾਂ ਬਚਨ ਕਰਦੇ ਆ ਨਾ ਜੀ, ਕਿ ਜੰਗ ਦੇ ਅੰਦਰ ਕਿਸੇ ਸੂਰਮੇ ਨੂੰ ਧਨੁਖ ਦੇ ਵਿੱਚ, ਕਮਾਨ ਦੇ ਵਿੱਚ ਤੀਰ ਚੜਾ ਕੇ ਚਿੱਲੇ ਦੇ ਉੱਪਰ ਉਸ ਨੂੰ ਛੱਡਦਿਆਂ ਜਿਤਨਾ ਕੁ ਸਮਾਂ ਲੱਗਦਾ ਹੈ ਤੇ ਉਹ ਤੀਰ ਜਾ ਕਰਕੇ ਜਦੋਂ ਅੱਗੇ ਕਿਸੇ ਸਿਪਾਹੀ ਦੇ ਅੱਗੇ ਜੰਗ ਕਰਨ ਵਾਲੇ ਦੁਸ਼ਮਣ ਦੇ ਸੀਨੇ ਦੇ ਵਿੱਚ ਵੱਜਦਿਆਂ ਜਿੰਨਾ ਸਮਾਂ ਲੱਗਦਾ ਹੈ, ਬਿਲਕੁਲ ਇੰਨਾ ਸਮਾਂ ਗੁਰੂ ਨੇ ਮੈਨੂੰ ਦੇਵਤਾ ਬਣਾਉਣ ਦੇ ਵਿੱਚ ਲਗਾਇਆ ਹੈ ਕੇਵਲ।
ਕਹਿੰਦੇ ਕੇਵਲ ਉਹਨੇ ਆਪਣੇ ਮੁਖ ਰੂਪੀ ਕਮਾਨ ਦੇ ਵਿੱਚੋਂ ਐਸਾ ਬਚਨ ਤੀਰ ਰੂਪੀ ਬੋਲਿਆ ਕਿ ਮੇਰੇ ਕਲੇਜੇ ਦੇ ਵਿੱਚ ਛੇਕ ਪੈ ਗਿਆ ਤੇ ਲਾਗਤ ਹੀ ਭੋਏ ਗਿਰ ਪਰਿਆ। ਭਾਵ ਮੇਰਾ ਹੰਕਾਰ ਨਸ਼ਟ ਹੋ ਗਿਆ। ਦੇਵਤਾ ਸਰੂਪ ਅਸੀਂ ਕਿਹਨੂੰ ਕਹਿੰਦੇ ਸੰਸਾਰ ਦੇ ਅੰਦਰ? ਆਪਣੇ ਗੁਰੂ ਤੋਂ ਬਲਿਹਾਰ ਜਾਈਏ ਕਾਦੇ ਵਾਸਤੇ? ਪਾਤਸ਼ਾਹ ਜੀ ਕਹਿੰਦੇ ਦਿਉਹਾੜੀ ਸਦਵਾਰ, ਇੱਕ ਦਿਨ ਦੇ ਵਿੱਚ 100 ਵਾਰ। ਭਗਤ ਕਬੀਰ ਜੀ ਕਹਿੰਦੇ ਐਸਾ ਸਤਿਗੁਰ ਸੂਰਮਾ ਮਿਲਿਆ ਮੈਨੂੰ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ। ਪਰਾਉ ਕਲੇਜਾ ਸ਼ੇਕ। ਕਹਿੰਦੇ ਜਿਹੜਾ ਮੇਰਾ ਹੰਕਾਰ ਵੱਡਾ ਹੋ ਕੇ ਹੰਕਾਰ ਦੇ ਵਿੱਚ ਫੁੱਲਿਆ ਫੁੱਲਿਆ ਫਿਰ ਰਿਹਾ ਸੀ, ਕਹਿੰਦੇ ਗੁਰੂ ਸੂਰਮੇ ਨੇ ਇੱਕੋ ਬਚਨਾ ਰੂਪੀ ਤੀਰ ਮਾਰਿਆ ਤੇ ਉਸ ਤੀਰ ਦੇ ਨਾਲ ਐਸਾ ਅੰਦਰੋਂ ਵਿੰਨਿਆ ਗਿਆ ਕਿ ਮੇਰਾ ਹੰਕਾਰ ਨਸ਼ਟ ਹੋ ਗਿਆ। ਇੱਥੇ ਜਿਹੜੇ ਦੇਵਤੇ ਦੀ ਗੱਲ ਕੀਤੀ ਹੈ ਨਾ ਜੀ ਗੁਰੂ ਪਿਆਰਿਓ, ਮਾਨਸ ਤੇ ਦੇਵਤੇ ਕੀਏ। ਦੇਵ ਪੁਰਖ ਅਸੀਂ ਉਹਨੂੰ, ਉਹ ਦੇਵਤੇ ਨਹੀਂ ਜਿਹੜੇ ਸਮੁੰਦਰ ਮੰਥਨ ਕਰਦੇ ਆਪਸ ਦੇ ਵਿੱਚ ਲੜ ਪਏ ਸਨ। ਉਹਨਾਂ ਦੇਵਤਿਆਂ ਦੀ ਗੱਲ ਨਹੀਂ ਕੀਤੀ। ਦੇਵ ਇੱਥੇ ਆਖਿਆ ਗਿਆ ਜਿਵੇਂ ਸੰਸਾਰ ਦੇ ਵਿੱਚ ਕੋਈ ਬਹੁਤ ਚੰਗਾ ਹੋਵੇ, ਜਿਹਨੂੰ ਅਸੀਂ ਕਸ਼ਟ ਵੀ ਦੇਈ ਜਾਈਏ, ਉਹਨੂੰ ਦੁੱਖ ਵੀ ਦੇਈ ਜਾਈਏ, ਉਹਨੂੰ ਤੰਗ ਵੀ ਸਾਰਾ ਸੰਸਾਰ ਕਰੀ ਜਾਵੇ ਤੇ ਉਹ ਅੱਗੋਂ ਇੱਕ ਬਚਨ ਨਾ ਬੋਲੇ ਤੇ ਅਸੀਂ ਉਹਨੂੰ ਕਹਿ ਦਿੰਨੇ ਆ ਇਹ ਭਾਈ ਬੜਾ ਦੇਵ ਸੁਭਾਅ ਦਾ ਬੰਦਾ ਆ, ਇਹ ਬੜਾ ਦੇਵਤਾ ਪੁਰਖ ਆ, ਇਹਨੂੰ ਲੋਕ ਤੰਗ ਵੀ ਕਰਦੇ ਆ ਪਰ ਇਹ ਅੱਗੋਂ ਕੁਛ ਇਹਨੂੰ ਕਹਿੰਦੇ ਨੇ ਦੇਵ ਪੁਰਖ ਹੋਣਾ। ਮਾਨਸ ਤੇ ਦੇਵਤੇ ਕੀ ਹੈ? ਭਾਵ ਸੁਭਾਅ ਇਸ ਤਰ੍ਹਾਂ ਦਾ ਗੁਰੂ ਨੇ ਬਣਾ ਦਿੱਤਾ, ਮੇਰੀ ਹਉਮੈ ਅੰਦਰੋਂ ਖਤਮ ਹੋ ਗਈ ਤੇ ਗੁਰੂ ਨੇ ਐਸਾ ਤੇ ਸੱਚ ਕਰਕੇ ਜਾਣਿਓ ਸੰਸਾਰ ਦੇ ਵਿੱਚ ਹੋਰ ਕਿਤੇ ਵੀ ਇਹ ਕਾਰਜ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਮਨੁੱਖ ਦਾ ਇਹ ਸੁਭਾਅ ਹੈ ਕਿ ਬਲਿਹਾਰ ਵਾਰਨਾ ਉਸ ਤੋਂ ਜਾਂਦਾ ਹੈ ਜਿਹਦੇ ਕੋਲੋਂ ਕੁਝ ਪ੍ਰਾਪਤ ਹੁੰਦਾ ਹੋਵੇ। ਜਿਵੇਂ ਸਾਨੂੰ ਕਿਸੇ ਦੇ ਕੋਲੋਂ ਕੋਈ ਭੋਜਨ ਪ੍ਰਾਪਤ ਹੋ ਰਿਹਾ, ਅਸੀਂ ਉਹਦੇ ਕੋਲੋਂ ਕੁਝ ਮੰਗ ਕੇ ਕੁਝ ਲੈ ਕੇ ਖਾ ਰਹੇ, ਉਹ ਸਾਡੇ ਭੋਜਨ ਦੀ ਪੂਰਤੀ ਕਰ ਰਹੇ ਆ, ਜਾਂ ਉਹ ਸਾਡੇ ਵਾਸ਼ਨਾਵਾਂ ਆਦਿਕ ਦੀ ਪੂਰਤੀ ਕਰ ਰਿਹਾ, ਜਾਂ ਕਿਸੇ ਹੋਰ ਕਾਰਜ ਦੇ ਵਿੱਚ ਉਹ ਸਾਡਾ ਸਾਥ ਦੇ ਰਿਹਾ ਹੈ ਤੇ ਅਸੀਂ ਉਹਨੂੰ ਕਹਿੰਦੇ ਭਾਈ ਮੈਂ ਤੇਰਾ ਬੜਾ ਅਹਿਸਾਨ ਮੰਨਦੇ ਹਾਂ। ਬਿਲਕੁਲ ਇਸੇ ਤਰ੍ਹਾਂ ਜਦੋਂ ਗੁਰੂ ਦੇ ਕੋਲੋਂ ਕੋਈ ਦਾਤ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੇ ਕੋਲੋਂ ਦਾਤ ਕਾਦੀ ਪ੍ਰਾਪਤ ਹੁੰਦੀ? ਸਤਿਗੁਰ ਸਿੱਖ ਕਉ ਨਾਮ ਧਨ ਦੇ। ਸਤਿਗੁਰੂ ਉਹ ਧਨ ਦਿੰਦਾ ਹੈ ਜਿਹੜਾ ਸਦੀਵੀ ਸਦਾ ਰਹਿਣ ਵਾਲਾ, ਜਿਹੜਾ ਨਾਲ ਜਾਣਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਅਨੇਕਾਂ ਕਾਰਨ ਨੇ। ਜੇ ਅਸੀਂ ਇਹ ਸੋਚੀਏ ਨਾ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਕਿਉਂ ਜਾਵਾਂ, ਤੇ ਵੈਸੇ ਇਹ ਸਵਾਲ ਵੀ ਸਾਡਾ ਗਲਤ ਹੋ ਜਾਵੇਗਾ। ਸਾਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਕਿਉਂ ਨਾ ਜਾਵਾਂ। ਮੈਨੂੰ ਜਿਹੜਾ ਕੁਝ ਵੀ ਦਿੱਤਾ ਉਹ ਮੇਰੇ ਗੁਰੂ ਨੇ ਹੀ ਦਿੱਤਾ ਹੈ। ਜੋ ਕੁਝ ਵੀ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਉਹ ਗੁਰੂ ਕੋਲੋਂ ਹੀ ਪ੍ਰਾਪਤ ਹੋਇਆ ਹੈ। ਹੋਰ ਸੰਸਾਰ ਤੇ ਕੋਈ ਵੀ ਜੀਵ, ਕੋਈ ਵੀ ਮਨੁੱਖ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਹੋਰ ਕੋਈ ਵੀ ਦੇਣ ਵਾਲਾ ਨਹੀਂ। ਜੀ ਦਾਨ ਦੇ ਦਿੱਤਾ ਉਸਨੇ, ਸਦੀਵੀ ਸੁੱਖ ਦੇ ਦਿੱਤਾ ਮੈਨੂੰ ਨਾਮ ਦੀ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਸ ਆਨੰਦ ਤੇ ਤੱਕ ਪੁੱਜਦਿਆਂ ਕਈ ਸੰਸਾਰ ਦੇ ਵਿੱਚ ਜੂਨਾਂ ਦੇ ਵਿੱਚ ਲੋਕ ਭੁਗਤ ਕੇ ਚਲੇ ਗਏ ਆ, ਪਰ ਉਹ ਆਨੰਦ ਨਹੀਂ ਪ੍ਰਾਪਤ ਹੋਇਆ। ਇਸ ਲਈ ਸਦਾ ਰਹਿਣ ਵਾਲਾ ਜਿਸ ਨੇ ਆਨੰਦ ਦੇ ਦਿੱਤਾ ਉਸ ਗੁਰੂ ਤੋਂ ਬਲਿਹਾਰ ਜਾਈਏ। ਭਾਈ ਗੁਰਦਾਸ ਜੀ ਨਮਸਕਾਰ ਕਰਦੇ ਆ ਬਾਰ-ਬਾਰ ਗੁਰੂ ਨੂੰ, ਬਲਿਹਾਰ ਜਾਂਦੇ ਨੇ। ਕਾਰਨ ਕੀ? ਭਾਈ ਗੁਰਦਾਸ ਜੀ ਕਹਿੰਦੇ ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ।
एक बार सतगुर मंत्र सिमरन मात्र, सिमरन ताहे बारंबार गुर हेत है। संसार दे उपर जिस तरह की प्रतिपालना माँ बाप करते हैं, इसे तरह की ये शरीर की प्रतिपालना साडे माँ बाप कर रहे ने। शरीर नूं भोजन दिंदे ने, शरीर नूं जिउंदा रखते ने, शरीर नूं प्यार करते ने। पर सच करके जाणिओ, सुरत नूं प्यार करन वाला केवल संसार दे विच शब्द गुरु है, जिहड़ा साडी सुरत नूं भोजन दिंदा है। जदों सानू विचार दी भुख लगदी है, जदों सानू ज्ञान दी भुख लगदी है, इहो ही भुख दस्तगीर नूं लगी ना, जिस तो आपां विचार दी आरंभता कीती कि पीर दस्तगीर नूं ज्ञान दी भुख लगी है, ते ओह भुख ओहदी अज तक मिटी नहीं। उस भुख नूं पूरा करन वाला, तृप्त करन वाला अज तक उहनूं मिलिया नहीं। ते अज पूरा गुरु धन श्री गुरु नानक देव पातशाह जी दे रूप दे विच आप नारायण कलाधार जग में परवरिओ, अज वो मिलिया है। ते अज उस दी ज्ञान दी भुख संपूर्ण होवेगी, अज उस दी ज्ञान दी भुख दी पूर्ति होवेगी। ऐसा गुरु वड्डे भागां दे नाल प्राप्त हुंदा, जिस तो साडा बलिहार जान नूं चित करे, जिस ने सानू इन्ना कुछ दिता होवे, जिहड़ा साडी सुरत नूं जिउंदिआं रखदा है। इसे करके पातशाह जी जपजी साहिब दे संपूर्णता ते उदाहरण दिंदे, कहंदे जिस तरह पवन शरीर नूं जिउंदा रखदी है, हवा साह जिहड़ा है, भोजन तो बिना मनुख 3-4 दिनां तक जिउंदा रह सकदा, जल तो बिना जीव 1-2 दिनां तक जिउंदा रह सकदा, पर साह तो बिना गुरु प्यारिओ, पवन तो हवा तो बिना बिंद पल भी नहीं जिउंदा रह सकदा। जे हुण हवा रुक जावे, साह रुक जावे, ते उसे वेले जीव चढ़ाई कर जांदा, मर जांदा है। इसे करके पातशाह जी अखीर ते संपूर्णता ते जपजी साहब दी उदाहरण दिंदे, कहंदे पवन गुरु पानी पिता, माता धरत महत। कहंदे इसे करके पवन जिहड़ी है वो गुरु दी न्याई है, कि जिवें साडे शरीर नूं हवा चलाउंदी है, हवा साडे शरीर नूं जिउंदा रखदी है, इसे प्रकार गुरु साडी सुरत नूं जिउंदा रखदा है, मरे होए नूं वेर जिउंदा कर दिंदा है, जी दान दिंदा है सतगुरु, मोया होया दे विच जिंद पा दिंदा है। गुरु पातशाह जी ने अमृत छका के इहो ही कारज कीता ना। अपने गुरु तो असीं बलिहार जाना ते वेखीए कि गुरु ने सानू दिता की है। माफ करना, मैं ये सवाल कर रहा, सवाल सानू ये करना चाहिए कि गुरु ने सानू की नहीं दिता। सारा कुछ ते सानू गुरु दी बदौलत प्राप्त होया। जिहड़ी दस्तार सीस ते सजा के फिर रहे हैं, अज रुतबे दे नाल, अज मान दे नाल संसार दे विच सिख जिउं रहा है, ते शब्द गुरु दी बदौलत उस अमृत दे खंडे दे बाटे दे अंदर भी वो शब्द ही घुलिया पंजा बाणियां दे रूप दे विच, जिस तो ये जी दान प्राप्त होया, जिस तो मरिया होया दे विच 1.25 लाख दे नाल जंग करन दी शक्ति प्राप्त हो गई। विचार कर रहे सां आपां भाई गुरदास जी दे कवित सवैये। भाई गुरदास जी कहंदे ऐसा गुरु संसार दे विच वेखिया जे, जेड़ा चरण सरन गुर एक पैंडा जाए, चल सतगुर कोट पैंडा आगे होए लेत है। कहंदे भाई जे किसे साध दा, किसे दुनियावी शरीरक गुरु दा डेरा मान लो किसे थां ते बनिया होया है, ते ओदे डेरे दे विच सानू सारा चल के ही रस्ते दे विच जाना पवेगा। ते फिर हो सकदा है डेरे दे विच सानू कई तरह दियां सानू उत्थे अपनियां चैकिंगां कराउणियां पैण, अपने अन वस्त्र साਂਭਣੇ पैण, अपने बैग जिहड़े अपने वस्त्र ने उन्हां नूं किते होर थां ते जमा कराउणा पवे, किते होर रखना पवे, ते फिर जाके सानू अंदर दरबार दे विच जाण दिता जावे, ते फिर भी कोई पता नहीं कि अगे वो गुरु वो साध सानू मिलेगा जां नहीं मिलेगा, वो किसे कारज गया होवे। पर कहंदे ऐसा गुरु है, एक बार सुरत दे विच भी सोच लईए ना कि भाई मैं गुरु दा हो जावां,
ਇੱਥੇ ਚਰਨਾਂ ਨਾਲ ਪੈਰਾਂ ਨਾਲ ਚੱਲ ਕੇ ਜਾਣ ਦੀ ਗੱਲ ਨਹੀਂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਇੱਥੇ ਸੁਰਤ ਰੂਪੀ ਧਿਆਨ ਰੂਪੀ ਚਰਨਾਂ ਦੇ ਨਾਲ ਜੇ ਗੁਰੂ ਦੇ ਵੱਲ ਇੱਕ ਕਦਮ ਵੀ ਜੁੜ ਜਾਈਏ, ਜੇ ਅੱਜ ਕਹਿ ਦਈਏ ਕਿ ਅੱਜ ਇੱਕ ਜਪਜੀ ਸਾਹਿਬ ਦਾ ਪਾਠ ਮੈਂ ਪਿਆਰ ਦੇ ਨਾਲ ਧਿਆਨ ਦੇ ਨਾਲ ਕਰਾਂਗਾ, ਤੇ ਹੌਲੀ ਹੌਲੀ ਇਸ ਤਰ੍ਹਾਂ ਗੁਰੂ ਕੋਟ ਪੈਂਡਾ ਕਰੋੜਾ ਪੈਂਡੇ ਆਪ ਚੱਲ ਕੇ ਲੈਣ ਆਉਂਦਾ ਕਿ ਇਸ ਤਰ੍ਹਾਂ ਧਿਆਨ ਜੁੜਨਾ ਸ਼ੁਰੂ ਹੋ ਜਾਂਦਾ, ਆਰੰਭ ਹੋ ਜਾਂਦਾ ਹੈ ਕਿ ਗੁਰੂ ਦੀ ਕਿਰਪਾ ਵਰਤਣੀ ਸ਼ੁਰੂ ਹੋ ਜਾਂਦੀ ਹੈ। ਫਿਰ ਧਿਆਨ ਸ਼ਬਦ ਦੇ ਵਿੱਚ ਜੁੜ ਜਾਂਦਾ ਹੈ। ਖੈਰ, ਜੇ ਇਤਿਹਾਸ ਦੇ ਵਿੱਚੋਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਤੇ ਇਤਿਹਾਸਕ ਸਾਖੀ ਮੈਂ ਆਪ ਜੀ ਦੇ ਸਨਮੁਖ ਰੱਖਾਂ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਈ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਭਾਈ ਆਖਿਆ। ਭਾਈ ਤੋਂ ਭਾਵ ਹੁੰਦਾ ਭਰਾ। ਭਾਵੇਂ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਵੱਡੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਸਮੇਂ ਉਦਾਸੀਆਂ ਤੇ ਵੀ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਨਾਲ ਰਬਾਬੀ ਨੇ, ਨਾਲ ਰਬਾਬ ਵਜਾਉਂਦੇ ਨੇ, ਉਹਨਾਂ ਦੇ ਨਾਲ ਜਾਂਦੇ ਆ। ਇੱਕ ਦਿਨ ਭਾਈ ਮਰਦਾਨਾ ਜੀ ਆਪਣੇ ਘਰ ਬੈਠੇ ਨੇ ਤੇ ਇਹਨਾਂ ਦੀ ਪਤਨੀ ਦੇ ਮੁਖ ਚੋਂ ਸੁਭਾਵਕ ਹੀ ਉਹਨੇ ਬਚਨ ਕਰ ਦਿੱਤਾ। ਕਹਿੰਦੀ ਕਿ ਜੇ ਗੁਰੂ ਨਾਨਕ ਇੰਨਾ ਹੀ ਚੰਗਾ ਤੁਹਾਡਾ ਮਿੱਤਰ ਹੈ, ਤੁਹਾਡਾ ਸੱਜਣ ਹੈ, ਤੁਹਾਨੂੰ ਉਹਨੇ ਭਰਾ ਕਿਹਾ ਹੈ, ਤੇ ਉਹ ਕਹਿੰਦਾ ਹੈ ਕਿ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ ਹਾਂ, ਤੇ ਉਹਨੂੰ ਇੱਕ ਵਾਰਾਂ ਤੁਸੀਂ ਜੇ ਆਖੋ ਕਿ ਸਾਡੇ ਘਰ ਰੋਟੀ ਖਾ ਲਵੇ, ਸਾਡੇ ਘਰ ਪ੍ਰਸ਼ਾਦਾ ਛਕ ਲਵੇ, ਤੇ ਉਹ ਛਕੇਗਾ? ਭਾਈ ਮਰਦਾਨਾ ਜੀ ਨੇ ਝੱਟ ਜਵਾਬ ਦਿੱਤਾ, ਕਹਿੰਦੇ ਜ਼ਰੂਰ ਛਕੇਗਾ। ਮੇਰਾ ਨਾਨਕ ਐਸਾ ਨਹੀਂ ਕਿ ਕਿਸੇ ਦੇ ਨਾਲ ਵਿਤਕਰਾ ਕਰੇ, ਮੈਂ ਉਹਦੀ ਵਿਚਾਰ ਤੋਂ ਜਾਣੂ ਹਾਂ, ਮੈਂ ਜਾਣਦਾ ਹਾਂ ਉਹਨੂੰ। ਪਤਨੀ ਨੇ ਦੁਬਦਾ ਪਾ ਦਿੱਤੀ ਮਨ ਦੇ ਵਿੱਚ, ਕਹਿੰਦੀ ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹ ਬ੍ਰਾਹਮਣਾਂ ਦੇ ਘਰ, ਹਿੰਦੂਆਂ ਦੇ ਘਰ ਪੈਦਾ ਹੋ ਕੇ ਤੇ ਸਾਡੇ ਘਰ ਉੱਚੀ ਕੁੱਲ ਦਾ ਹੋ ਕੇ ਤੇ ਸਾਡੇ ਘਰ ਮਰਾਸੀਆਂ ਦੇ ਘਰ ਆ ਕੇ ਪ੍ਰਸ਼ਾਦਾ ਛਕੇਗਾ, ਉੱਤੋਂ ਮੁਸਲਮਾਨਾਂ ਦੇ ਘਰ ਆ ਕੇ ਪ੍ਰਸ਼ਾਦਾ ਛਕੇਗਾ, ਮੈਨੂੰ ਨਹੀਂ ਜਾਪਦਾ। ਭਾਈ ਮਰਦਾਨਾ ਜੀ ਉਂਝ ਤਾਂ ਆਪਣੇ ਬਚਨਾਂ ਤੇ ਦ੍ਰਿੜ ਨੇ, ਪਰ ਮਨ ਦੇ ਵਿੱਚ ਕੁਝ ਸ਼ੰਕਾ ਆ ਗਈ। ਕਹਿੰਦੇ ਤੂੰ ਪ੍ਰਸ਼ਾਦਾ ਤਿਆਰ ਕਰ, ਮੈਂ ਗੁਰੂ ਨਾਨਕ ਨੂੰ ਸੱਦ ਕੇ ਲਿਆਉਣਾ ਕਿ ਦੁਪਹਿਰ ਦਾ ਪ੍ਰਸ਼ਾਦਾ ਸਾਡੇ ਘਰ ਵਿਖੇ ਛਕਣ। ਅਜੇ ਘਰੋਂ ਬਾਹਰ ਨਿਕਲੇ 2-3 ਕਦਮ ਗਾਂਹ ਤੁਰੇ ਹੋਣਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਧਰੋਂ ਆਪ ਚੱਲ ਕੇ ਆ ਰਹੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦੇ ਆ, ਪਾਤਸ਼ਾਹ ਜੀਓ ਅੱਜ ਕਿਸ ਤਰਫ ਕੂਚ ਕੀਤਾ ਹੈ? ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਮੁਖ ਚੋਂ ਮੁਖਾਰਬਿੰਦ ਚੋਂ ਬਚਨ ਕਰਦੇ, ਕਹਿੰਦੇ ਭਾਈ ਮਰਦਾਨਿਆ, ਅੱਜ ਮੇਰਾ ਚਿੱਤ ਕੀਤਾ ਕਿ ਦੁਪਹਿਰ ਦਾ ਪ੍ਰਸ਼ਾਦਾ ਤੇਰੇ ਘਰ ਛਕੀਏ। ਮਰਦਾਨਾ ਬੜਾ ਹੈਰਾਨ ਹੋਇਆ, ਮਨ ਦੇ ਵਿੱਚ ਬੜਾ ਅਥਾਹ ਪਿਆਰ ਜਾਗਿਆ ਗੁਰੂ ਵਾਸਤੇ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋ। ਕਿਉਂਕਿ ਇਤਿਹਾਸ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਕਾਰਜ ਕਰਕੇ ਵਿਖਾਏ ਆ, ਜਾਣੀ ਜਾਣ ਸਤਿਗੁਰੂ ਨੇ। ਤੇ ਗੁਰੂ ਪਾਤਸ਼ਾਹ ਜੀ ਨੇ ਆ ਕੇ ਆਖਿਆ, ਭਾਈ ਮਰਦਾਨੇ, ਅੱਜ ਦੁਪਹਿਰ ਦਾ ਪ੍ਰਸ਼ਾਦਾ ਤੇਰੇ ਘਰ ਛਕਣਾ ਆ, ਸਾਡੇ ਚਿੱਤ ਦੀ, ਸਾਡੇ ਮਨ ਦੀ ਦਿਲੀ ਇੱਛਾ ਆ। ਮਰਦਾਨਾ ਸੁੱਖਾਂ ਲੱਦਾ, ਬੜਾ ਖੁਸ਼ ਹੋਇਆ, ਬੜਾ ਆਨੰਦ ਦੇ ਵਿੱਚ ਆਇਆ। ਕਹਿੰਦਾ ਪਾਤਸ਼ਾਹ ਜਾਣੀ ਜਾਣ ਹੋ, ਚਰਨਾਂ ਦੇ ਉੱਪਰ ਢਹਿ ਪਿਆ। ਕਹਿੰਦਾ ਮੇਰੇ ਮਨ ਦੇ ਵਿੱਚ ਅੱਜ ਸ਼ੱਕ ਆ ਗਿਆ ਸੀ ਆਪ ਜੀ ਦੇ ਪ੍ਰਤੀ, ਕੋਈ ਸ਼ੰਕਾ ਪੈਦਾ ਹੋ ਗਈ ਸੀ, ਤੇ ਤੁਸੀਂ ਆਪ ਨਿਵਰਤ ਕੀਤੀ ਆ। ਉਹ ਭਾਈ ਮਰਦਾਨਾ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹੈ, ਜਿਸ ਨੇ ਉਸ ਨੂੰ ਜੀ ਦਾਨ ਦਿੱਤਾ ਹੈ, ਜਿਸ ਨੇ ਉਸ ਨੂੰ ਇੰਨੀ ਡੂੰਘੀ ਵਿਚਾਰ ਦਿੱਤੀ, ਜਿਸ ਨੇ ਉਹਨੂੰ ਭਾਈ ਕਹਿ ਕੇ ਨਵਾਜਿਆ, ਭਰਾ ਕਹਿ ਕੇ ਨਵਾਜਿਆ ਹੈ। ਭਾਈ ਮਰਦਾਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਭਰਾ ਬਣ ਗਿਆ ਹੈ। ਫਿਰ ਜੇ ਇੱਕ ਵਾਰਾਂ ਜਪਣ ਦਾ ਯਤਨ ਕਰ ਲਈਏ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਐਸੀ ਕਿਰਪਾ ਕਰਦਾ ਹੈ ਕਿ ਬਾਰ-ਬਾਰ ਆਪਣਾ ਨਾਮ ਆਪੇ ਜਪਾਉਂਦਾ ਹੈ। ਸੁਖਮਨੀ ਸਾਹਿਬ ਵਿੱਚ ਪਾਤਸ਼ਾਹ ਜੀ ਕਹਿੰਦੇ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ। ਪਾਤਸ਼ਾਹ ਜੀ ਬਚਨ ਕਰਦੇ ਆਪਣੇ ਸੇਵਕ ਦੀ ਆਪੇ ਪੈਜ ਰੱਖਦਾ ਤੇ ਆਪ ਹੀ ਨਾਮ ਜਪਾਉਂਦਾ ਹੈ। ਇਹ ਗੁਰੂ ਦੀ ਵਡਿਆਈ ਹੈ। ਇਸ ਕਰਕੇ ਬਲਿਹਾਰੀ ਗੁਰ ਆਪਣੇ
ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਪਿਆਰਿਓ, ਜੀਵਨ ਦੇ ਵਿੱਚ ਜਿੰਨੇ ਵੀ ਕਾਰਜ ਸੋਚ ਲਈਏ ਕਿ ਮੈਂ ਆਪਣੇ ਗੁਰੂ ਤੋਂ ਇਸ ਕਾਰਨ ਕਰਕੇ ਬਲਿਹਾਰ ਜਾਣਾ, ਜਾਂ ਇਸ ਕਾਰਨ ਕਰਕੇ ਬਲਿਹਾਰ ਜਾਣਾ, ਜਾਂ ਇਸ ਕਾਰਨ ਕਰਕੇ ਬਲਿਹਾਰ ਜਾਣਾ, ਤੇ ਕਹਿਣਾ ਪਵੇਗਾ ਕਿ ਜੀਵਨ ਦੇ ਵਿੱਚ ਸਾਡੇ ਬਲਿਹਾਰ ਜਾਣਾ ਥੋੜਾ ਪੈ ਸਕਦਾ, ਪਰ ਕਾਰਨ ਨਹੀਂ ਘੱਟ ਹੋ ਸਕਦੇ। ਜਿੰਨੇ ਕਾਰਨ, ਜਿੰਨੇ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਨੇ ਨਾ, ਜਿੰਨੇ ਉਪਕਾਰ ਨੇ ਸਾਡੇ ਉੱਪਰ, ਅਸੀਂ ਉਹਨਾਂ ਦਾ ਮੁੱਲ ਨਹੀਂ ਦੇ ਸਕਦੇ। ਕੇਵਲ ਬਲਿਹਾਰ ਵਾਰ ਨੇ, ਬਲਿਹਾਰ ਨੇ ਨਮਸਕਾਰ ਕਰ ਸਕਦੇ ਹਾਂ। ਇਸ ਲਈ ਹੁਣ ਮਨ ਦੇ ਵਿੱਚ ਦੁਬਿਧਾ ਨਾ ਰਹੀ ਹੋਵੇ ਕਿ ਮੈਂ ਆਪਣੇ ਗੁਰੂ ਤੋਂ ਕਿਉਂ ਬਲਿਹਾਰ ਜਾਵਾਂ। ਪਾਤਸ਼ਾਹ ਜੀ ਕਹਿੰਦੇ, ਜਿਨ ਮਾਨਸ ਤੇ ਦੇਵਤੇ ਕੀਏ। ਪਹਿਲਾਂ ਜੀਵ ਜਿਹੜਾ, ਪਹਿਲਾਂ ਮੈਂ ਜਿਹੜਾ, ਉਹ 84 ਲੱਖ ਜੂਨਾਂ ਦੇ ਵਿੱਚ ਭੁਗਤ ਕੇ, ਤੇ ਇਹ ਬਾਣੀ ਦਾ ਫਰਮਾਨ ਹੈ। ਪਾਤਸ਼ਾਹ ਜੀ ਕਹਿੰਦੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਭਾਈ, ਆ ਜਿਹੜਾ ਸਰੀਰ ਵੇਖ ਕੇ ਤੂੰ, ਸੰਸਾਰਕ ਮਨੁੱਖਾ ਸਰੀਰ ਜਿਹੜਾ ਤੈਨੂੰ ਮਿਲਿਆ, ਵੇਖ ਕੇ ਬੜਾ ਖੁਸ਼ ਹੁੰਦਾ ਏ। ਇਹ ਪਤਾ ਤੈਨੂੰ ਕਿਵੇਂ ਮਿਲਿਆ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਤੂੰ ਕੀੜੇ ਮਕੌੜੇ ਬਣਦਾ ਰਿਹਾ ਏ। ਕਈ ਜਨਮ ਗਜ ਮੀਨ ਕੁਰੰਗਾ, ਗਜ ਕਹਿੰਦੇ ਹਾਥੀ ਨੂੰ, ਮੀਨ ਕਹਿੰਦੇ ਮੱਛੀ, ਕੁਰੰਗਾ ਹਿਰਨ ਨੂੰ। ਕਹਿੰਦੇ ਇਹਨਾਂ ਜੂਨਾਂ ਦੇ ਵਿੱਚ ਵੀ ਭੁਗਤਦਾ ਭਟਕਦਾ ਰਿਹਾ ਏ। ਕਈ ਜਨਮ ਹੈਵਰ ਬਿਰਖ ਜੋਇਓ, ਕਈ ਜਨਮ ਪੰਖੀ ਸਰਪ ਹੋਇਓ। ਪੰਖੀ ਕਹਿੰਦੇ ਕਈ ਜਨਮ ਤੂੰ ਪੰਛੀਆਂ ਦੀ ਜੂਨਾਂ ਦੇ ਵਿੱਚ ਪਿਆ, ਸੱਪ ਬਣਿਆ। ਕਈ ਜਨਮ ਤੂੰ ਹੈਵਰ ਬਿਰਖ ਜੋਇਓ, ਹੈਵਰ ਕਹਿੰਦੇ ਹਾਥੀ ਬਣਿਆ, ਬਿਰਖ ਬਣਿਆ, ਦਰਖਤ ਦੇ ਰੂਪ ਦੇ ਵਿੱਚ ਆਇਆ ਹੈ। ਫਿਰ ਗੁਰਦੇਵ ਜੀ ਕਹਿੰਦੇ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਿੰਜਰੀਆ। ਕਾਰਨਾਂ ਦੀ ਵਿਚਾਰ ਕਰ ਰਹੇ ਆ ਕਿ ਆਪਣੇ ਗੁਰੂ ਤੋਂ ਪਾਤਸ਼ਾਹ ਜੀ ਕਹਿੰਦੇ, ਬਲਿਹਾਰੀ ਗੁਰੇ ਆਪਣਾ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਹਨੇ ਮੈਨੂੰ ਮਨੁੱਖ ਤੋਂ ਦੇਵਤਾ ਬਣਾ ਦਿੱਤਾ, ਤੇ ਪਹਿਲਾਂ ਇਹ ਵਿਚਾਰ ਕਰੀਏ ਕਿ ਮਨੁੱਖ ਬਣੇ ਕਦੋਂ ਅਸੀਂ। ਮੇਰੀ ਕਰਤੂਤ ਪਤਾ ਕੀ ਆ ਜੀ? ਗੁਰੂ ਪਾਤਸ਼ਾਹ ਜੀ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਅਜੇ ਮਨੁੱਖ ਬਣਿਆ ਨਹੀਂ ਮੈਂ। ਗੁਰੂ ਨੇ ਮੈਨੂੰ ਮਨੁੱਖ ਤੋਂ ਦੇਵਤਾ ਬਣਾਉਣਾ ਹੈ, ਪਰ ਮੈਂ ਅਜੇ ਮਨੁੱਖ ਵੀ ਨਹੀਂ ਬਣਿਆ। ਪਾਤਸ਼ਾਹ ਜੀ ਕਹਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾ ਸਰੀਰ ਪ੍ਰਾਪਤ ਹੋ ਗਿਆ, ਮਨੁੱਖਾ ਜਾਤੀ ਦੇ ਵਿੱਚ ਆ ਗਿਆ, ਪਰ ਕਰਤੂਤ ਕੰਮ ਅਜੇ ਵੀ ਪਸ਼ੂ ਵਾਲੇ ਨੇ। ਇਸ ਲਈ ਪਹਿਲਾਂ ਗੁਰੂ ਤੋਂ ਇਹ ਸੋਝੀ ਪ੍ਰਾਪਤ ਕਰੀਏ ਕਿ ਭਾਈ ਮਨੁੱਖ ਕਿਵੇਂ ਬਣਿਆ ਜਾਂਦਾ ਹੈ, ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ, ਬੰਦਾ ਕਿਵੇਂ ਬਣਿਆ ਜਾਂਦਾ ਹੈ। ਜਦੋਂ ਕੋਈ ਕਿਸੇ ਤਰ੍ਹਾਂ ਦਾ ਬੱਚਾ ਕਿਸੇ ਤਰ੍ਹਾਂ ਦੀ ਇਲਤ ਸ਼ੈਤਾਨੀ ਕਰੇ, ਉਹਨੂੰ ਆਖ ਦਿੰਨੇ ਆਪਾਂ, ਭਾਈ ਬੰਦਾ ਬਣ। ਭਾਵ ਇਹ ਕਿ ਹੁਣ ਉਹ ਸਰੀਰ ਕਰਕੇ ਨਹੀਂ ਕਿਸੇ ਜੂਨ ਦੇ ਵਿੱਚ ਪੈ ਗਿਆ, ਜਾਂ ਕਿਸੇ ਤਰ੍ਹਾਂ ਦਾ ਕੋਈ ਜਾਨਵਰ ਨਹੀਂ ਬਣ ਗਿਆ। ਗੱਲ ਇਹ ਹੈ ਕਿ ਉਹਦੀਆਂ ਹਰਕਤਾਂ ਬੰਦੇ ਵਾਲੀਆਂ ਨਹੀਂ। ਬੰਦੇ ਤੋਂ ਭਾਵ ਬੰਦਗੀ ਕਰਨ ਵਾਲਾ, ਚੇਤੇ ਕਰਨ ਵਾਲਾ, ਯਾਦ ਰੱਖਣ ਵਾਲਾ, ਜਿਸ ਅਕਾਲ ਪੁਰਖ ਤੋਂ ਪੈਦਾ ਹੋਇਆ ਉਸ ਦੀ ਬੰਦਗੀ ਕਰੇ, ਉਸ ਨੂੰ ਚੇਤੇ ਰੱਖੇ, ਉਸ ਨੂੰ ਯਾਦ ਰੱਖੇ। ਤੇ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਕਈ ਜਨਮਾਂ ਦੇ ਵਿੱਚ ਭਟਕ ਰਿਹਾ ਸੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਜਗਤ ਈਸ, ਜਗਤ ਦੇ ਈਸ਼ਵਰ ਨੂੰ, ਅਕਾਲ ਪੁਰਖ ਨੂੰ ਮਿਲਣ ਦੀ ਵਾਰੀ ਪ੍ਰਾਪਤ ਹੋਈ। ਤੇ ਇਸ ਵਾਰੀ ਦੇ ਵਿੱਚੋਂ ਵੀ ਜੇ ਗੁਰੂ ਨਾ ਮਿਲਿਆ, ਜੇ ਪੂਰਾ ਗੁਰੂ ਨਾ ਪ੍ਰਾਪਤ ਹੋਇਆ, ਤੇ ਸਤਿਗੁਰੂ ਜੀ ਕਹਿੰਦੇ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਦਾ। ਹੁਣ ਇਸ ਸੰਸਾਰ ਸਮੁੰਦਰ ਦੇ ਵਿੱਚ ਆ ਕਰਕੇ ਵੀ ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ।
पंकजो मोह पग नहीं चालै, हम देखा तह डूबियले। ਹੁਣ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕੋਈ ਬੇੜੀ ਚਾਹੀਦੀ, ਕੋਈ ਸਹਾਰਾ ਚਾਹੀਦਾ ਪਾਰ ਹੋਣ ਵਾਸਤੇ। ਗੁਰਦੇਵ ਜੀ ਕਹਿੰਦੇ ਸੰਸਾਰ ਰੂਪੀ ਸਮੁੰਦਰ ਦੇ ਤਿਤ ਸਰਵਰੜ ਹੈ, ਭਈ ਲੈ ਨਿਵਾਸਾ। ਇਸ ਸੰਸਾਰ ਸਮੁੰਦਰ ਦੇ ਵਿੱਚ ਨਿਵਾਸ ਕਰ ਲਿਆ। ਪਾਣੀ ਪਾਵਕ ਤਨਹਿ ਕੀਆ, ਅਗਨੀ ਅਤੇ ਜਲ ਤੋਂ ਜਿਨ੍ਹਾਂ ਤੋਂ ਸਰੀਰ ਪੈਦਾ ਹੋਇਆ, ਇਹ ਉਸ ਅਕਾਲ ਪੁਰਖ ਨੇ ਆਪ ਕਿਰਪਾ ਕੀਤੀ ਤੇ ਬਣਾਇਆ। ਮਨੁੱਖਾ ਜਨਮ ਪ੍ਰਾਪਤ ਹੋਇਆ ਨਾ, ਤੇ ਮਨੁੱਖਾ ਜਨਮ ਸਾਨੂੰ ਕਾਹਦੇ ਵਿੱਚ ਮਿਲਿਆ? ਕਹਿੰਦੇ ਤਿਤ ਸਰਵਰੜ ਹੈ, ਭਈ ਲੈ ਨਿਵਾਸਾ। ਇਸ ਸੰਸਾਰ ਸਮੁੰਦਰ ਦੇ ਵਿੱਚ, ਸੰਸਾਰ ਸਰੋਵਰ ਦੇ ਵਿੱਚ ਮਿਲਿਆ। ਹੁਣ ਇੱਥੇ ਚਿੱਕੜ ਦਲਦਲ ਭਰੀ ਪਈ ਆ, ਕਾਹਦੀ? ਕਹਿੰਦੇ ਪੰਕਜੋ ਮੋਹ। ਪੰਕਜੋ ਕਹਿੰਦੇ ਨੇ ਚਿੱਕੜ ਨੂੰ, ਕਹਿੰਦੇ ਮੋਹ ਦੀ ਚਿੱਕੜ ਭਰੀ ਪਈ। ਪਗ ਨਹੀਂ ਚੱਲ, ਇੱਕ ਪੈਰ ਵੀ ਕੋਈ ਇੱਥੇ ਚੱਲ ਨਹੀਂ ਸਕਿਆ। ਇੱਕ ਪੈਰ ਵੀ ਆਪਣੇ ਅਕਾਲ ਪੁਰਖ ਵੱਲ, ਆਪਣੇ ਧੁਰੇ ਵੱਲ, ਆਪਣੇ ਮੁੱਢ ਵੱਲ ਜਿਸ ਤੋਂ ਪੈਦਾ ਹੋਇਆ ਉਸ ਦੇ ਵੱਲ ਤੁਰ ਨਹੀਂ ਸਕਿਆ। ਹੁਣ ਕੋਈ ਸਹਾਰਾ ਚਾਹੀਦਾ। ਜੇ ਕੋਈ ਚਿੱਕੜ ਦੇ ਵਿੱਚ ਡੁੱਬ ਰਿਹਾ ਹੋਵੇ ਤੇ ਉਹ ਹੱਥ ਪੈਰ ਮਾਰਦਾ ਕਿ ਭਾਈ ਕੋਈ ਮੈਨੂੰ ਫੜ ਕੇ ਬਾਹਰ ਕੱਢ ਲਿਓ, ਕੋਈ ਮੇਰੀ ਬਾਹ ਫੜ ਲਓ, ਬਾਹ ਫੜ ਕੇ ਬਾਹਰ ਕੱਢ ਲਓ। ਤੇ ਹੁਣ ਬਚਨ ਕਲਗੀਧਰ ਪਾਤਸ਼ਾਹ ਜੀ ਦਾ ਚੇਤੇ ਆਉਂਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਕਹਿੰਦੇ ਬਾਹੇ ਗਹੇ ਕੀ, ਗਹੇ ਤੋਂ ਭਾਵ ਫੜਨਾ। ਕਹਿੰਦੇ ਬਾਹ ਫੜ ਕੇ ਮੇਰੀ ਲਾਜ ਰੱਖ ਲੈ, ਮੈਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਕਰ ਲੈ, ਮੈਂ ਤੇਰਾ ਦਾਸ ਬਣ ਕੇ ਰਵਾਂਗਾ। ਤੇ ਇਹ ਬਖਸ਼ਿਸ਼ ਕਿਹਨੇ ਕੀਤੀ? ਹੁਣ ਪਾਰ ਲਾਉਣ ਵਾਲਾ ਕਿਹੜਾ ਹੈ? ਇਸੇ ਆਸਾ ਦੀ ਵਾਰ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਸਤਿਗੁਰੂ ਹੈ ਬੋਹਿ ਥਾ, ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰੇ। ਹੁਣ ਪਾਰ ਲਾਉਣ ਵਾਲਾ ਵੀ ਗੁਰੂ ਹੈ, ਜਿਹੜੇ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਕਿ ਸੰਸਾਰ ਸਮੁੰਦਰ ਦੇ ਵਿੱਚ ਬੋਹਿਥਾ ਭਾਵ ਬੇੜੀ ਦੇ ਰੂਪ ਦੇ ਵਿੱਚ ਮੈਨੂੰ ਸ਼ਬਦ ਦੀ ਬੇੜੀ ਦੇ ਉੱਪਰ ਬਚਨ ਪੜ੍ਹਦੇ ਆ ਜੀ ਆਪਾਂ ਅਰਦਾਸ ਤੋਂ ਬਾਅਦ ਵੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ। ਭਾਵ ਅਸੀਂ ਡੁੱਬ ਰਹੇ ਹਾਂ ਤੇ ਡੁੱਬਦਿਆਂ ਨੂੰ ਜਿਹੜਾ ਉਸ ਬੇੜੀ ਦੇ ਉੱਪਰ ਬਿਠਾ ਲਵੇ ਉਹ ਪਾਰ ਕਰ ਦਿੰਦਾ। ਹੁਣ ਬੇੜੀ ਕਾਹਦੀ? ਸ਼ਬਦ ਦੀ। ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ਤੇ ਕਹਿੰਦੇ ਮੈਂ ਬਲਿਹਾਰ ਜਾਣਾ ਆਪਣੇ ਗੁਰੂ ਤੋਂ, ਜਿਨੇ ਮੈਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਕੇ ਮਨੁੱਖ ਤੋਂ ਦੇਵਤਾ ਹੋਣ ਦਾ ਮਾਣ, ਦੇਵਤਾ ਹੋਣ ਦੇ ਗੁਣ ਬਖਸ਼ ਦਿੱਤੇ ਨੇ। ਤੇ ਕਰਤ ਨਾ ਲਾਗੀ ਵਾਰ। ਤੇ ਸਮਾਂ ਕਿੰਨਾ ਕੁ ਲੱਗਾ ਜੀ? ਜਿੰਨਾ ਇੱਕ ਤੀਰ ਛੱਡਦਿਆਂ ਕਿਸੇ ਕਮਾਨ ਦੇ ਵਿੱਚ, ਚਿੱਲੇ ਦੇ ਵਿੱਚ ਚੜਾ ਕੇ ਕਿਸੇ ਨੂੰ ਤੀਰ ਛੱਡਦਿਆਂ ਸਮਾਂ ਲੱਗਦਾ ਨਾ, ਇੰਨਾ ਕਰਤ ਨਾ ਲਾਗੀ ਵਾਰ। ਭਾਵ ਬਿਲਕੁਲ ਵੀ ਸਮਾਂ ਨਹੀਂ ਲੱਗਾ, ਕੇਵਲ ਉਸਨੇ ਇੱਕ ਸ਼ਬਦ ਪੜ੍ਹਿਆ। ਹੁਣ ਕਿੰਨੇ ਸਾਲਾਂ ਦਾ, ਕਿੰਨੇ ਸਮੇਂ ਪੁਰਾਣੇ ਦਾ ਸੱਜਣ ਜਿਹੜਾ ਹੈ ਉਹ ਲੋਕਾਂ ਨੂੰ, ਰਾਹਗੀਰਾਂ ਨੂੰ ਮਾਰ ਕੇ ਆਪਣੀ ਧਰਮਸ਼ਾਲ ਦੇ ਖੂਹ ਦੇ ਵਿੱਚ ਸੁੱਟ ਰਿਹਾ ਸੀ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਪੁੱਜੇ ਆ ਜੀ, ਕਿੰਨਾ ਸਮਾਂ ਲੱਗਾ? ਕੇਵਲ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਪੜਿਆ, ਉਜਲ ਕਹਿਹਾ ਚਿਲਕਣਾ, ਘੋਟੇ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਇੰਨਾ ਸਮਾਂ ਲੱਗਾ, ਕੇਵਲ ਸ਼ਬਦ ਪੜਿਆ ਤੇ ਸ਼ਬਦ ਜਾ ਕੇ ਉਹਦੇ ਹਿਰਦੇ ਦੇ ਵਿੱਚ ਐਸਾ ਵੱਜਾ ਕਿ ਉਹਦਾ ਹੰਕਾਰ, ਉਹਦਾ ਮਾਣ, ਉਹਦਾ ਝੂਠ, ਉਹਦੇ ਪਾਪ ਚੂਰੋ ਚੂਰ ਹੋ ਗਏ। ਇਸ ਲਈ ਪਾਤਸ਼ਾਹ ਜੀ ਕਹਿੰਦੇ ਕਰਤ ਨਾ ਲਾਗੀ ਵਾਰ। ਬਿਲਕੁਲ ਵੀ ਸਮਾਂ ਨਹੀਂ ਲੱਗਾ। ਜਿਸ ਦਿਨ ਗੁਰੂ ਦੇ ਸ਼ਬਦ ਦੇ ਨਾਲ ਅਸੀਂ ਜੁੜ ਗਏ, ਜਿਸ ਦਿਨ ਗੁਰੂ ਦੇ ਸ਼ਬਦ ਦੀ ਸਾਨੂੰ ਤਿਨਕਾ ਮਾਤਰ ਵੀ, ਕਿਨਕਾ ਮਾਤਰ ਵੀ, ਥੋੜੀ ਜਿਹੀ ਵੀ ਸੋਝੀ ਸਾਡੀ ਸੁਰਤ ਦੇ ਵਿੱਚ ਪੈ ਗਈ ਕਿ ਗੁਰੂ ਨੇ ਆਹ ਵਚਨ ਕੀਤਾ ਆ, ਉਸ ਦਿਨ ਸਾਡੇ ਜੀਵਨ ਦੀ ਕਾਇਆ ਕਲਪ ਹੋ ਜਾਵੇਗੀ। ਉਸ ਦਿਨ ਅਸੀਂ ਦੇਵਤੇ ਹੋਣ ਵੱਲ ਵਧਾਂਗੇ। ਇਹ ਸਾਡੀ ਯਾਤਰਾ ਹੈ ਜੀਵਨ ਦੀ। ਮਨੁੱਖ ਤੋਂ ਅਸੀਂ ਦੇਵਤਾ ਬਣਨਾ ਸੀ। ਇਹ ਦੋ ਰਾਹ ਨਿਕਲਦੇ ਆ ਜੀ। ਪਹਿਲਾਂ ਤੇ ਜੂਨਾ ਭੁਗਤ ਲਈਆਂ 84 ਲੱਖ, ਉਹਨਾਂ ਜੂਨਾਂ ਦੇ ਵਿੱਚੋਂ ਨਿਕਲ ਕੇ ਤੇ ਹੁਣ ਮਨੁੱਖਾ ਜਨਮ ਪ੍ਰਾਪਤ ਹੋਇਆ। ਤੇ ਇਸ ਜਨਮ ਦੇ ਵਿੱਚੋਂ ਗੁਰੂ ਪਾਤਸ਼ਾਹ ਕਹਿੰਦੇ ਦੋ ਰਾਹ ਨਿਕਲਦੇ ਆ। ਹੁਣ ਇਹ ਮਨੁੱਖ ਨੇ ਵੇਖਣਾ ਹੈ, ਇਹ ਆਪਸ਼ਨ ਹੈ ਇਹਦੇ ਕੋਲ ਕਿ ਇਸ ਨੇ ਇਥੋਂ ਦੀ ਸ਼ੈਤਾਨ ਬਣਨ ਵੱਲ ਜਾਣਾ ਕਿ ਭਗਵਾਨ ਬਣਨ ਵੱਲ ਜਾਣਾ ਹੈ। ਹੁਣ ਦੇਵਤਾ ਬਣਨ ਵੱਲ ਜਾਣਾ ਹੈ
कि दुष्ट बनन वाल जाना है। जे ते माड़ियां भैड़ियां विचारां अंदर ग्रहण करेगा, विचारां दे नाल ही मनुख बनदा है। जे कोई माड़ा हो जावे, जे कोई नशे करने आरंभ कर देवे, आपां कहने इहदी संगत माड़ी हो गई। ते संगत दे विचों की मिलदा? विचारां मिलदियां ने। संगत दे विचों की मिलदा? गल्लां सुनन नूं मिलदियां। इसलिए जिद्दां दीयां गल्लां सुणांगे करांगे उदां दे बनदे जावांगे। ते जे गुरु दीयां गल्लां करांगे ते फिर देवते बनन वाल तुरांगे। ते जे संसार दीयां गल्लां करांगे, जिस तरह दी संगत करांगे, दो राह निकलदे ने। ते मनुख दे कोल ये ऑप्शन है कि इसने की करना। इसने जां ते संसार ते शैतान बन के जिउणा, पापां दी कमाई करनी है, ते जां इहने सदगुण, चंगे गुण, परोपकार, चंगियाइयां इकट्ठियां करनियां। ते इन्हां दी विचार ही दरगाह दे विच होनी, जिन्हों गुरुदेव जी कहंदे चंगियाइयां बुरियाइया वाचै धर्म हदूर, करमी आपो अपनी के नेड़ै के दूर। सो इन्नी विचार आओ अगले श्लोक वाल वधन दा यतन करिए। ते अगला श्लोक जिहड़ा धन श्री गुरु अंगद देव महाराज जी दे पावन मुखारबिंद तो उचारण कीता होया। जे सौ चंदा उगवहे सूरज चढ़े हजार, एते चानण होंदिया गुर बिन घोर अंधार। गुरुदेव जी कहते जिस गुरु ने मैनू इन्ना कुछ दिता है, कहते जे संसार दे अंदर 100 चंद्रमे भी पैदा हो जान ते 1000 सूरज चढ़ जान ते उन्हां दी रोशनी दे नाल संसार जगमगा रहा होवे, ते कहते तां भी इते चानण होंदिया गुर बिन घोर अंधार। तां भी गुरु ते बिना संसार दे उपर हनेरा है। क्योंकि ये जिहड़ा चंद ते सूरज दो दीवे ने, दो संसार दे कुदरती सोमे ने जिन्हां दे नाल संसार ते प्रकाश हो रहा है। ये साडे शरीर नूं प्रकाश दे सकदे ने, साडे बाहर नूं प्रकाश दे सकदे, संसार नूं प्रकाश दे सकदे ने। पर जिहड़ा साडे अंदर हनेरा आ जी अज्ञानता दा, बाणी दे विच बचन आउंदा जदों आपां कहने आ ना कि ये अन्ना है, सामने वाला अंधा है, इनू नज़र नहीं आउंदा, ते गुरुदेव जी कहंदे भाई इनू अन्ना नहीं कहंदे, कहंदे अंधे एह ना आखिए जिन मुख लोएण नाहे। कहंदे भाई वो संसार दे विच अन्ना नहीं जिहदियां अखां नहीं हैगियां। फिर पुछिया कौन अन्ना है? गुरु पातशाह जी कहंदे अंधे से ही नानका जे खसमो कुथे जाहे। अंधा वो नहीं हुंदा कहंदे जिहदियां अखां नहीं हन, अंधा वो है जिन्हों वेख के भी नज़र नहीं आ रहा, जिन्हों सामने पिया होया भी कोई नज़र नहीं आ रहा, जिन्हों सामने पई हुई वस्तु भी नज़र नहीं आ रही, जिन्हों सुखमनी साहब विच गुरुदेव जी कहंदे ना कि जो इहदे करीब वसदा है उन्होंने ये दूर करके जानदा है, ते जिहड़ी चीज़ जिहड़ी वस्तु इहदे तो दूर है, माया इहदे तो दूर है, पैसे इहनूं कमाउण वास्ते जाना पैंदा, उहदे वास्ते सारा दिन भज्जिया फिरदा है। जिहड़ी वस्तु इहदे पास सी, इहदे कोल सी, इहदे अंदर वसदी सी, अकाल पुरख दा स्वरूप जिहड़ा, अकाल पुरख दी जोत जिहड़ी इहदे अंदर वसदी सी, उहदे नाल इहने कदे जुड़न दा यतन नहीं कर रहा। ते जिहड़े लोग जिहड़े संसार दे इहदे परिवार दे इहदे रिश्तेदार साख संबंधी सज्जन मित्र अपने शहर तो अपने देश तो किते दूर रहिंदे सी, सारा जीवन उन्हां नूं लोचदा रहा कि भाई मेरा उत्थे दा वीज़ा लग जावे ते मैं उहनूं मिल के आवां, मेरा उधर दा वीज़ा लग जावे ते मैं उहनूं मिल के आवां। जो करीब सी उहनूं जाणिया नहीं, इहनूं कहंदे अन्ना है।
ਇਹਨੂੰ ਕਹਿੰਦੇ ਅੰਨਾ ਹੈ ਸੰਸਾਰ ਦੇ ਉੱਤੇ ਜੀਵ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਹੁਣ 100 ਚੰਦਰਮਾ ਪੈਦਾ ਹੋ ਜਾਣ, 1000 ਸੂਰਜ ਵੀ ਉਗ ਜਾਣ, ਤੇ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਿਉਂਕਿ ਗੁਰੂ ਨੇ ਇਹ ਸੋਝੀ ਦੇਣੀ ਆ ਕਿ ਭਾਈ ਜੋ ਤੇਰੇ ਕੋਲ ਹੈ ਉਹੀ ਤੇਰੇ ਨਾਲ ਸਦੀਵੀ ਰਹਿਣ ਵਾਲਾ ਹੈ। ਗੁਰੂ ਨੇ ਇਹ ਸੋਝੀ ਦੇਣੀ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿ ਤੇਰੇ ਅੰਦਰ ਉਹ ਅਕਾਲ ਪੁਰਖ ਵਸਦਾ ਹੈ, ਤੂੰ ਕਿੱਥੇ ਲੱਭਦਾ ਫਿਰਦਾ। ਤੇ ਗੁਰੂ ਦੇ ਜੇ ਆਪਾਂ ਅਰਥ ਵੀ ਵੇਖੀਏ ਗੁਰੂ ਪਿਆਰਿਓ, ਗੂ ਤੋਂ ਭਾਵ ਹੁੰਦਾ ਜੀ ਹਨੇਰਾ, ਤੇ ਰੂ ਤੋਂ ਭਾਵ ਹੁੰਦਾ ਚਾਨਣ। ਹਨੇਰੇ ਨੂੰ ਦੂਰ ਕਰਕੇ ਤੇ ਆਪਣੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਜਿਹੜਾ ਸਰੂਪ ਹੈ ਉਸ ਨੂੰ ਕਿਹਾ ਜਾਂਦਾ ਗੁਰੂ। ਇਸ ਲਈ ਅਸੀਂ ਵਾਹਿਗੁਰੂ ਸ਼ਬਦ ਪੜ੍ਹਦੇ ਹਾਂ ਕਿ ਵਾਹ ਐਸਾ ਗੁਰੂ ਸਾਨੂੰ ਪ੍ਰਾਪਤ ਹੋਇਆ ਕਿ ਜਿਹੜਾ ਸਾਡੇ ਅੰਦਰ ਧੁਰ ਤੋਂ ਲੈ ਕੇ ਤੇ ਅਖੀਰ ਤੱਕ ਸਾਡੇ ਜੀਵਨ ਦੇ ਨਾਲ ਸਾਡੇ ਅੰਦਰ ਪ੍ਰਕਾਸ਼ ਕਰਦਾ ਆ ਰਿਹਾ ਹੈ, ਜਿਨੇ ਗਿਆਨ ਬਖਸ਼ ਦਿੱਤਾ। ਚੰਗੇ ਤੇ ਮਾੜੇ ਦੀ ਜੀਵ ਨੂੰ ਸੋਝੀ ਹੋ ਗਈ, ਸੱਚ ਕੀ ਹੈ, ਸਦੀਵੀ ਰਹਿਣ ਵਾਲਾ ਕੀ ਹੈ, ਤੇ ਨਾਲ ਜਾਣ ਵਾਲਾ ਕੀ ਹੈ, ਨਾਲ ਕੀ ਨਹੀਂ ਜਾਣ ਵਾਲਾ, ਇਹ ਸਭ ਚੀਜ਼ਾਂ ਦੀ ਸੋਝੀ ਦੇਣ ਵਾਲਾ ਗੁਰੂ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਚੰਦ ਤੇ ਸੂਰਜ 1000 ਗੁਣਾ 100 ਗੁਣਾ ਵੱਧ ਜਾਣ ਤੇ ਤਾਂ ਵੀ ਇੰਨਾ ਚਾਨਣ ਨਹੀਂ ਦੇ ਸਕਦੇ ਕਿ ਜੀਵ ਨੂੰ ਆ ਸੋਝੀ ਪ੍ਰਾਪਤ ਹੋ ਜਾਵੇ। ਜੀਵ ਫਿਰ ਵੀ ਅੰਧੇ ਦਾ ਅੰਧਾ ਹੀ ਰਹੇਗਾ। ਕੇਵਲ ਇਹ ਸੋਝੀ ਗੁਰੂ ਦੇ ਸਕਦਾ। ਇਸ ਕਰਕੇ ਗੁਰਦੇਵ ਜੀ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾ ਨਾ ਤੇ ਸੋਝੀ ਪ੍ਰਾਪਤ ਹੁੰਦੀ, ਨਾ ਚੰਗਾ ਸੁਚਾਰੂ ਜੀਵਨ ਪ੍ਰਾਪਤ ਹੁੰਦਾ, ਤੇ ਨਾ ਹੀ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਸਕਦਾ ਹੈ। ਇਸ ਕਰਕੇ ਗੁਰੂ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਇਹ ਆਸਾ ਕੀ ਵਾਰ ਦੀ ਪਹਿਲੀ ਪੌੜੀ ਦੇ ਨਾਲ ਜੋ 3 ਸ਼ਲੋਕ ਦਰਜ ਨੇ ਉਹਨਾਂ ਦੇ ਵਿੱਚੋਂ 2 ਦੀ ਵਿਚਾਰ ਨਾਲ ਆਪਾਂ ਜੁੜੇ ਹਾਂ, ਜਿਨ੍ਹਾਂ ਦੇ ਵਿੱਚ ਗੁਰੂ ਦੀ ਵਡਿਆਈ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ। ਤੇ ਗੁਰੂ ਦੀ ਵਡਿਆਈ ਦੇ ਨਾਲ ਜੁੜਦਿਆਂ ਤੁਸ਼ ਬੁੱਧ ਦੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਜੀ ਬਖਸ਼ਣ ਦੇ ਸਮਰੱਥ ਹੋ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਗਾਂਹ ਤੋਂ ਸਮਤ ਬਖਸ਼ਣ, ਕਿਉਂਕਿ ਗੁਰੂ ਦੀ ਵਡਿਆਈ ਅਗਾਧ ਬੋਧ ਹੈ। ਆਪਾਂ ਵਿਚਾਰ ਕੀਤੀ ਹੈ ਕਿ ਗੁਰੂ ਨੇ ਇੰਨਾ ਕੁਝ ਸਾਨੂੰ ਬਖਸ਼ਿਆ ਹੈ, ਚੰਗਾ ਜੀਵਨ, ਇਹ ਅੰਮ੍ਰਿਤ ਦੀ ਦਾਤ, ਇਹ ਸਾਡੇ ਵਾਸਤੇ ਆਪਣਾ ਘਰ ਪਰਿਵਾਰ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਕੀਤੀਆਂ। ਕਾਹਦੇ ਵਾਸਤੇ? ਜਗਤ ਜਲੰਦੇ ਨੂੰ ਠਾਰਨ ਵਾਸਤੇ। ਤੇ ਫਿਰ ਸਾਨੂੰ ਸ਼ਬਦ ਦੇ ਸਰੂਪ ਦੇ ਵਿੱਚ ਗੁਰੂ ਬਖਸ਼ਿਆ ਹੈ, ਜਿਹੜਾ ਸਾਡੇ ਨਾਲ ਧੁਰ ਤੱਕ ਰਹਿਣ ਵਾਲਾ ਹੈ, ਸਾਡੇ ਨਾਲ ਜਾਣ ਵਾਲਾ ਹੈ। ਜੇ ਇਹਦੀ ਕਮਾਈ ਦੇ ਨਾਲ ਜੁੜੀਏ ਤੇ ਬੜੀ ਦਾਤ, ਬੜੀ ਬਖਸ਼ਿਸ਼ ਪ੍ਰਾਪਤ ਹੋਵੇਗੀ।